ਰੂਪਨਗਰ ਦੇ ਸੀਨੀਅਰ ਵਕੀਲ ਹਰਮੋਹਨ ਸਿੰਘ ਪਾਲ ਦੇ ਸੁਪਤਨੀ ਸਰਦਾਰਨੀ ਮਦਨਜੀਤ ਕੌਰ ਆਲੂਵਾਲੀਆ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਹੈਡ ਦਰਬਾਰ ਕੋਟਪੁਰਾਨ ਟਿੱਬੀ ਸਾਹਿਬ ਰੂਪਨਗਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰਨੀ ਮਦਨਜੀਤ ਕੌਰ ਹੁਣਾਂ ਦਾ ਜਨਮ ਪਿਤਾ ਸਰਦਾਰ ਹਰਬੰਸ ਸਿੰਘ ਆਲੂਵਾਲੀਆ ਹੁਣਾਂ ਦੇ ਘਰ ਸਹਾਰਨਪੁਰ ਵਿਖੇ 21 ਜੂਨ 1950 ਨੂੰ ਮਾਤਾ ਹਰਬੰਸ ਕੌਰ ਹੁਣਾਂ ਦੀ ਕੁੱਖੋਂ ਹੋਇਆ। ਆਪ ਜੀ ਦੇ ਨਾਨਾ ਸਰਦਾਰ ਸਵਰਨ ਸਿੰਘ ਆਲੂਵਾਲੀਆ ਕਰੋਲ ਬਾਗ ਦਿੱਲੀ ਦੇ ਮਾਲਕ ਸਨ ਅਤੇ ਦਿੱਲੀ ਦੀ ਇੱਕ ਰਸੂਖਦਾਰ ਸ਼ਖਸੀਅਤ ਸਨ। ਆਪ ਜੀ ਨੇ ਮੁੱਢਲੀ ਵਿੱਦਿਆ ਸਹਾਰਨਪੁਰ ਤੋਂ ਹੀ ਪ੍ਰਾਪਤ ਕੀਤੀ। ਉਪਰੰਤ ਆਪ ਜੀ ਨੇ ਹਿੰਦੀ ਸਬਜੈਕਟ ਵਿੱਚ ਮਾਸਟਰ ਡਿਗਰੀ ਹਾਸਿਲ ਕੀਤੀ। ਆਪ ਜੀ ਦਾ ਵਿਆਹ 16 ਅਗਸਤ 1975 ਨੂੰ ਰੂਪਨਗਰ ਦੇ ਨਿਵਾਸੀ ਸਰਦਾਰ ਹਰਮੋਹਨ ਸਿੰਘ ਪਾਲ ਹੁਣਾਂ ਨਾਲ ਹੋਇਆ। ਆਪ ਜੀ ਦੇ ਘਰ 2 ਬੱਚਿਆਂ, ਇੱਕ ਪੁੱਤਰੀ ਅਤੇ ਇੱਕ ਪੁੱਤਰ ਪਰਮਪ੍ਰੀਤ ਸਿੰਘ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਆਪ ਜੀ ਨੇ ਆਪਣੇ ਬੇਟੇ ਨੂੰ ਐਡਵੋਕੇਟ ਬਣਾਇਆ ਅਤੇ ਆਪਣੀ ਬੇਟੀ ਨੂੰ ਡਾਕਟਰ ਬਣਾਇਆ। ਪਰ ਬਦਕਿਸਮਤੀ ਨਾਲ ਆਪ ਜੀ ਦੀ ਬੇਟੀ ਜਲਦੀ ਹੀ ਪਰਮਾਤਮਾ ਨੂੰ ਪਿਆਰੇ ਹੋ ਗਏ। ਸਰਦਾਰਨੀ ਮਦਨਜੀਤ ਕੌਰ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਪਰਿਵਾਰ ਤੋਂ ਗੁਰਸਿੱਖੀ ਜੀਵਨ ਜਿਉਣ ਦੀ ਜਾਚ ਆਪ ਜੀ ਨੇ ਸਿੱਖੀ ਅਤੇ ਆਪਣੇ ਪਰਿਵਾਰ ਨੂੰ ਵੀ ਗੁਰੂ ਚਰਨਾਂ ਨਾਲ ਲਾ ਕੇ ਰੱਖਿਆ। ਆਪ ਜੀ ਬਹੁਤ ਹੀ ਮਿੱਠ ਬੋਲਦੇ ਸੁਭਾਅ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬਾਣੀ ਨਾਲ ਹਰ ਇੱਕ ਨੂੰ ਮੋਹਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਆਪ ਜੀ ਗਰੀਬਾਂ ਅਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਰ ਕਿਸੇ ਨੂੰ ਦਿਲ ਖੋਲ ਕੇ ਦਾਨ ਦਿਆ ਕਰਦੇ ਸਨ। ਮੌਜੂਦਾ ਸਮੇਂ ਵਿੱਚ ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦੇ ਆਪ ਜੀ ਦੇ ਬੇਟੇ ਐਡਵੋਕੇਟ ਪਰਮਪ੍ਰੀਤ ਸਿੰਘ ਚੱਲ ਰਹੇ ਹਨ, ਜੋ ਉਹਨਾਂ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਆਪਣੀ ਮਾਤਾ ਜੀ ਦੇ ਨਾਮ ਨੂੰ ਉੱਚਿਆਂ ਚੁੱਕ ਰਹੇ ਹਨ। ਸਰਦਾਰਨੀ ਮਦਨਜੀਤ ਕੌਰ ਹੁਣਾਂ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
रोवे फिर तन का अपना साहिब समाने साहिब समाने पंथ निहाले असां पे उते जाना असां पे उते जाना असां पे उते जाना सजन मेरे रंग जैसे जीवन हम की बन्ना डोरी रोमाची निभान हम की बन्ना डोरी रोमाची निभान रंग मान ले प्यारे रंग मान ले प्यारे जादू बन रंगदा जादू बन रंगदा दिन तोड़ने के पया पुराना जोरा रंग मान ले प्यारे रंग दो मिनट रुक जाओ। 2 मिनट नहीं हेलो रख लो एक सेकंड की न सुने कोई अवन भी सोए की न सुने कोई अवन भी सोए लगी आवे सामोरे मिलना पिया होए अजी लगी आवे 2 मिनट बात कर थोड़ा रिकॉर्ड मिलना पिया होए रंग मान ले प्यारे रंग मान ले प्यारे यहाँ से कर नाम सुनती जान नहीं सनम
ਕੱਢਣ ਲੱਗਾ ਜਿੱਦਾਂ ਵੀ ਯਾਰ
गुरमत गुर सिख अजर जरने करम बंदगी गिरने बनवाए गुरु वाहिगुरु 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 ਨਿਵਾਣਿਆਂ ਦੇ ਮਾਨ ਨੀ ਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਵਿੱਤਰ ਚਰਨਾਂ ਚ ਅਰਦਾਸ ਬੇਨਤੀ ਆਪੀ ਦਾ ਫਰਮਾਨ ਜਿਹਾ ਚੀਰੀ ਲਿਖਿਆ ਤੇ ਹੁਕਮ ਕਮਾਏ ਕੱਲਿਆ ਨਾਨਕਾ ਸਤਿਗੁਰ ਜੋਇ ਦੇ ਮਹਾਵਾਕ ਅਨੁਸਾਰ ਮਾਤਾ ਮਦਨਜੀਤ ਕੌਰ ਜੀ ਆਪ ਹੀ ਦੇ ਬਖਸ਼ੇ ਸਵਾਸ ਦੇ ਗਰਾਸਾਂ ਸਪੂਰਨ ਕਰਦੇ ਆ ਸ੍ਰੀ ਕਾਲ ਚਲਾਣਾ ਕਰਦੇ ਸਨ ਵਿਛੜੀ ਆਤਮਾ ਦੀ ਸ਼ਾਂਤੀ ਲਈ ਪਰਿਵਾਰ ਦੇ ਰੱਬੀ ਬਣਦੇ ਜਾਪ ਪਰਾਏ ਪਾਤਸ਼ਾਹ ਜੀ ਉਪਰੰਤ ਆਪ ਦੀ ਭਾਵ ਮਿਲਦੀ ਚ ਰੱਬੀ ਬਾਣੀ ਦੇ ਕੀਰਤਨ ਹੋਇਆ ਆਪਣੇ ਬੱਚਿਆਂ ਤੋਂ ਬਾਣੀ ਦੇ ਸ਼ਰਨ ਕਰਦੇ ਆ ਕੀਰਤਨ ਕਰਦੇ ਆ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਕੀਤੀ ਸੇਵਾ ਦਾ ਪ੍ਰਵਾਨ ਕਰਨੀ ਸੇਵਾ ਦਾ ਭਾਵ ਉਸ ਵਿਛੜੀ ਆਤਮਾ ਨੂੰ ਬਖਸ਼ਿਸ਼ ਕਰਨਾ ਸਤਿਗੁਰ ਜੀ ਸੰਸਾਰ ਵਿੱਚ ਪਰਿਵਾਰ ਵਿੱਚ ਵਿਚਰਦੇ ਆ ਬੇਅੰਤ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਮਹਾਰਾਜ ਅਵਗਣ ਨਾਚ ਤਰਦੇ ਹੋਈ ਚਰਨਾਂ ਚ ਨਿਵਾਸ ਬਖਸ਼ਣਾ ਕਹਿਤ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਵੇਰਾ ਆਪ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨ ਭਾਗਨ ਫੇਰਾ ਲਿਖੇ ਕਤਨਾ ਛੁਟਿਆ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਸਤਿਗੁਰ ਜੀ ਦਇਆ ਦੇ ਘਰ ਵਿੱਚ ਆਗੇ ਵਿਛੜੀ ਆਤਮਾ ਨੂੰ ਚਰਨਾਂ ਚ ਨਿਵਾਸ ਬਖਸ਼ਣਾ ਉਹਨਾਂ ਦੇ ਨਿਮਿਤ ਆਪ ਜੀ ਨੂੰ ਸੰਦਰ ਪਿਛਾਕੇ ਭੇਟਾ ਕੀਤੇ ਨੇ ਮਹਾਰਾਜ ਗਰੀਬ ਨਵਾਜ ਬਖਸ਼ੀਆਂ ਰਸਤਾ ਚੋਂ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਹਾਇਰਾ ਕੀ ਭੋਗ ਲਾਓ ਸੀਤ ਪ੍ਰਸਾਦ ਸੰਗਤਾਂ ਵਿੱਚ ਵਰਤੇ ਦਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਬਿਲਕੁਲ ਦਾ ਤੇ ਪ੍ਰਵਾਨ ਕਰਨੀਆਂ ਬੜੀ ਸੁਣੀ ਬਾਣੀ ਹਿਰਦੇ ਤੇ ਵਸਾਉਣੀ ਹਿਰਦੇ ਤੇ ਵਸ ਕੇ ਕਾਮ ਹੰਕਾਰ ਤੋਂ ਉਚਾਉਣਾ ਪਿਛਲੇ ਅਵਗਣ ਬਖਸ਼ ਕੇ ਪ੍ਰਭੀ ਆਗੇ ਮਾਰਗ ਪਾਉਣਾ ਪਾਵਨ ਦਰੁਖ ਮਨਾਵੇ ਬਖਸ਼ ਕੇ ਸੰਤਾਂ ਨੂੰ ਨਿਹਾਲ ਕਰੋ ਜੋ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਸਰਬਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹਲਾ ਨਾਮ ਜੋ ਦਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਨੇਹੋਰ ਪੈ ਨਹੀਂ ਜਾਗੈ ਕੰਚਨ ਵਾਟੀ ਮਾਨੈ ਜੋ ਦਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਨੇਹੋਰ ਪੈ ਨਹੀਂ ਜਾਗੈ ਕੰਚਨ ਵਾਟੀ ਮਾਨੈ ਰਾਮ ਨੈਣ ਦਇਆ ਨੈਣ ਉਸਤਤ ਜਾਗੈ ਲੋਭ ਮੋਹ ਬਿਮਾਨਾ ਹਰਖ ਸੁਭਤੇ ਰਹਿ ਨਿਆਰੋ ਨਾਏ ਮਾਨ ਅਪਮਾਨਾ
दिसै नाहिन ते कट ब्रह्म निवासा गुर कृपा मेहनत किने ते जुगत पछाने नानक लीन पयु गोविंद स्या जो पाने संग पाने गुर कृपा मेहनत किने ते जुगत पछाने नानक लीन पयु गोविंद स्या जो पाने संग पाने वाहिगुरु जी का खालसा वाहिगुरु जी की फतेह। गुरु ग्रंथ साहब जी के ताबे बैठी साध संगत वाहिगुरु जी का खालसा वाहिगुरु जी की फतेह। बीबी मदनजीत कौर का जन्म 17 जून 1950 सहारनपुर विखे माता हरबंस कौर जी पिता हरबंस सिंह जी के घर होया। 3 भरावां की बीबी मदनजीत जी इको भैन सी जो 1978 बीबी जी का ब्याह सरदार हरमोहन सिंह पाल एडवोकेट दे नाल होया। MA हिंदी की पास की हुई सी। इन्हां दे घर एक पुत्र ते पुत्री ने जन्म लिया। बड़ी बेटी डॉक्टरी पास करने उपरांत परिवार ने उन्होंने हायर एजुकेशन देने लई अमेरिका भेजा और उसे वो अपने मकसद में कामयाब हुए। लेकिन परमात्मा को मंजूर इस तरह सी कि उन्होंने डेथ हो गई। छोटे भरा दीपक जी अपने पुरखी पिता डकैती चुनाव पास करके पंजाब एंड हरियाणा हाई कोर्ट वकालत शुरू की थी। पहला सरकार में असिस्टेंट एडवोकेट जनरल हुए, फिर तरक्की देके उन्होंने डिप्टी एडवोकेट जनरल बनाया गया। तो ये उन्होंने जीवन से बड़ा ही कामयाब जीवन बीबा जी ने बताया। और पाल साहब आज पंजाब रोपड़ दे नहीं, पंजाब के बहुत कॉम्पिटेंट वकील ने। मैं समझदा ये देन सारी बीबी मदनजीत कौर दी सी। मैनू हुक्म होया सिर्फ 15 मिनट थोड़ी लेने हैं, 2 स्पीकर बनाने हैं, तो उसके बाद देख बरतेगी देख तो बाद संतां नूं बेनती है कि लंगर छक के जाना। अज का ये एडा बड़ा इकट्ठ इस गल की गवाही करता है कि पाल साहब ने इन्होंने परिवार ने समाज की लीडिंग एंड पब्लिक की बड़े तकड़े होकर सेवा की है। बहुत सारे बड़ी गिनती बुकला साहबान
समाज ਦੀਆਂ प्रमुख शख्सियतां अज इस दुख की घड़ी हाजिर होकर परिवार का दुख वडाउण आई हैं। मैं सिर्फ एक मिनट लेना है। अज हिंदुस्तान के लोग बड़े ही कसूते मोड़ ते खड़े ने। हिंदुस्तान का अन्नदाता और जिले पंजाब का अन्नदाते का बहुत बड़ा रोल है। और पंजाब के, हरियाणा के, राजस्थान के, यूपी के, उत्तरांचल के कहा किसान दिल्ली के बॉर्डर से उन्होंने 3 कानूनों जो सेंट्रल गवर्नमेंट ने पास करके पंजाब के और हिंदुस्तान की जो किसानी है उन्होंने खत्म करने की गल है। उस संघर्ष के लिए बैठे ने। एक कानून जो पास किया है अंडर आर्टिकल 246 of the Constitution, central government has no right to pass such legislation. It was the states and states alone which may pass these agricultural laws. लेकिन मोदी सरकार ने, मोदी साहब ने कारपोरेट घराणियां के चक्कर में पै के पास किए ने। बड़ी जिद फड़ी हुई है। तो मैं यही कहना चाहना कि आप इस संघर्ष ये संघर्ष जिसने कानूनों को खत्म करना है और जिसने धर्मनिरपेक्षता और जिसने हिंदुस्तान के समाज में एक नवी ऊर्जा बरतनी देनी है। मैं बेनती करता कि आप तकड़े होकर इस जो मोर्चा है इनू आप बल बख्शीए। सिर्फ इस दुख की घड़ी में पाल साहब के जूनियर जिले गुरप्रीत सिंह रद्दू, राय साहब, मिंदर बाबा जी लगे हुए हैं। बहुत तकड़े होके इस दुख उन्होंने शरीक हुए हैं। मेरे को रेजोल्यूशन है डिस्ट्रिक्ट बार एसोसीएशन मोहाली के प्रधान का, उन्होंने शोक मैसेज भेजा। तो बड़ी मेहरबानी, प्रधान जी भी आए हुए हैं। तो हम सिर्फ 2 बुलारे बनाने सिर्फ 2 बुलारे बनाने ने। बहुत सारिया शख्सियत इतने बैठिया ने। बरिंदर सिंह ढिल्लों जी जो साढ़े पंजाब के होते प्रधान ने, अवतार सिद्धू जी OSD को चरणजीत चन्नी आए हुए हैं, उन्होंने हाजिरी लवाउण। अमर सिंह बेला कॉलेज को भी एक शोक संदेश आया। हूँ मैं बेनती करांगा साहब दलजीत सिंह चीमा जी जो श्रोमणी अकाली दल बादल के वाइस प्रेसिडेंट ने, अपनी पार्टी के मुख बुलारे ने, जिन्होंने बतौर मिनिस्टर ने इस इलाके की सेवा की है, वो स्टेज पे आउण ते बीबा जी नूं शरधा दे फुल भेंट करन। सरदार दलजीत सिंह चीमा गुरु रूप साध संगत रसना पवित्र करो, फतेह प्रवान करो। वाहिगुरू जी का खालसा, वाहिगुरू जी की फतेह। गुरबाणी का फरमान है, घर घर हो पहुंचा सदड़े नित पावन, सदन हारा सिमरिया, नानक से दे अवन। आज असी सारे साडे बहुत ही सत्कारयोग सरदार मदनदीप कौर जिहड़े पिछले दिन सानू सदीवी विछोड़ा दे गए, उन्होंने आत्मा की शांति वास्ते अरदास करने वास्ते इकट्ठे हुए। बहुत ही दुखदाई समय और बहुत ही अटैक असर विछोड़ा। जिस तरह मेरे तो पहले सारे सीनियर साथी सरदार भाग सिंह जी जिक्र कर रहे थे कि बीबी जी 70 साल के करीब अपनी उम्र बतीत करके गए हैं
ਔਰ ਇਹਨਾਂ 70 ਸਾਲਾਂ ਦੇ ਵਿੱਚ ਮੈਂ ਕਹਿ ਸਕਦਾ ਕਿ ਜ਼ਿੰਦਗੀ ਦੇ ਵਿੱਚ ਬੜੀ ਅੱਛੀ ਸਫਲਤਾ ਉਹਨਾਂ ਨੇ ਹਾਸਲ ਕੀਤੀ। ਇੱਕ ਤਾਂ ਗੁਰੂ ਘਰ ਦੀ ਬਹੁਤ ਵੱਡੀ ਕਿਰਪਾ ਹੈ ਕਿ ਜਿਸ ਪਰਿਵਾਰ ਦੇ ਵਿੱਚ ਉਹ ਪੈਦਾ ਹੋਏ ਉਹ ਪਰਿਵਾਰ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸੀ। ਨਾਨਕਾ ਪਰਿਵਾਰ ਸਰਦਾਰ ਸਵਰਨ ਸਿੰਘ ਜੀ ਦਿੱਲੀ ਦੇ ਜਿਹੜੇ ਕਰੋੜ ਬਾਗ ਦੇ ਨਾਮਵਰ ਸਰਦਾਰ ਸਨ, ਉਹਨਾਂ ਦੇ ਵਿੱਚੋਂ ਉਹਨਾਂ ਦਾ ਨਾਮ ਆਉਂਦਾ ਸੀ। ਇਸ ਕਰਕੇ ਸ਼ੁਰੂ ਤੋਂ ਹੀ ਗੁਰਬਾਣੀ ਦੇ ਉੱਤੇ ਗੁਰੂ ਘਰ ਦੇ ਉੱਤੇ ਬਹੁਤ ਵੱਡਾ ਉਹਨਾਂ ਦਾ ਭਰੋਸਾ ਸੀ। ਪਰਮਾਤਮਾ ਦੀ ਬਖਸ਼ਿਸ਼ ਹੋਈ ਔਰ ਉਹਨਾਂ ਦੀ ਸ਼ਾਦੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਮੋਹਨ ਸਿੰਘ ਜੀ ਪਾਲ ਐਡਵੋਕੇਟ ਸਾਹਿਬ ਨਾਲ, ਔਰ ਜਿਹੜਾ ਪਰਿਵਾਰ ਉਹਨਾਂ ਨੂੰ ਮਿਲਿਆ ਉਹ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਉਸ ਵੇਲੇ ਉਹਦਾ ਨਿਵਾਸ ਸੀ। ਔਰ ਕੱਲਾ ਚਮਕੌਰ ਸਾਹਿਬ ਦੇ ਵਿੱਚ ਨਿਵਾਸ ਨਹੀਂ ਸੀ, ਬਿਲਕੁਲ ਗੁਆਂਢ ਦੇ ਵਿੱਚ ਗੁਰਦੁਆਰਾ ਤਾੜੀ ਸਾਹਿਬ, ਜਿੱਡਾ ਵੱਡਾ ਇਤਿਹਾਸ ਸੀ। ਉਸੇ ਤਰ੍ਹਾਂ ਬੀਬੀ ਜੀ ਵੀ ਸਾਰੀ ਉਮਰ ਗੁਰਬਾਣੀ ਦੇ ਨਾਲ ਜੁੜਦੇ ਜੁੜਦੇ ਗੁਰਬਾਣੀ ਦੇ ਰੰਗ ਦੇ ਵਿੱਚ ਲੱਗੇ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਰੋਪੜ ਦੇ ਵਿੱਚ ਵੀ ਆਏ ਤੇ ਇੱਥੇ ਵੀ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਔਰ ਸਾਰੇ ਜਿੰਨੇ ਆਪਾਂ ਨੇੜੇ ਤੋਂ ਉਹਨਾਂ ਨੂੰ ਜਾਣਦੇ ਕਿ ਇਹ ਉਹਨਾਂ ਦੇ ਜੀਵਨ ਦਾ ਹਿੱਸਾ ਸੀ ਕਿ ਕੋਈ ਵੀ ਕੰਮ ਕਰਨਾ ਤੇ ਸਭ ਤੋਂ ਪਹਿਲਾਂ ਮੁੱਖ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲੈਣਾ। ਇੰਨੀ ਵੱਡੀ ਸ਼ਰਧਾ ਉਹਨਾਂ ਦੀ ਗੁਰਬਾਣੀ ਦੇ ਉੱਤੇ ਸੀ, ਗੁਰੂ ਗ੍ਰੰਥ ਸਾਹਿਬ ਦੇ ਉੱਤੇ। ਔਰ ਇਹ ਚੀਜ਼ ਜਦੋਂ ਤੁਸੀਂ ਪਰਿਵਾਰ ਦੇ ਵਿੱਚ ਜਾਂਦੇ ਹੋ ਤੇ ਆਪ ਵੀ ਉੱਥੇ ਜਾ ਕੇ ਅਸੀਂ ਦੇਖਣ ਨੂੰ ਸਾਰਿਆਂ ਨੂੰ ਮਿਲਦੇ, ਔਰ ਇਹਦਾ ਅਸਰ ਉਹਨਾਂ ਦੇ ਬੱਚਿਆਂ ਤੇ ਵੀ ਨਜ਼ਰ ਆਉਂਦਾ ਸੀ। ਭਾਵੇਂ ਬੇਟੀ ਉਹਨਾਂ ਦੇ ਹੁਕਮ ਦੇ ਅੰਦਰ ਚਲੀ ਗਈ, ਲੇਕਿਨ ਬੇਟਾ ਪਰਮਪ੍ਰੀਤ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਸਾਰੇ ਜਿਹੜੇ ਸਾਹਿਤ ਦੇ ਗੁਣ, ਨਮਰਤਾ ਦੇ ਗੁਣ, ਗੁਰਬਾਣੀ ਦੇ ਉੱਤੇ ਭਰੋਸਾ ਜਿਸ ਤਰ੍ਹਾਂ ਬੀਬੀ ਜੀ ਦਾ ਸੀ, ਉਹ ਸਾਰੀਆਂ ਚੀਜ਼ਾਂ ਸਾਡੇ ਬੇਟੇ ਪਰਮਪ੍ਰੀਤ ਦੇ ਵਿੱਚ ਵੀ ਉਸੇ ਤਰ੍ਹਾਂ ਨਜ਼ਰ ਆਉਂਦਾ। ਪਰਿਵਾਰ ਨੇ ਸਮਾਜ ਦੇ ਵਿੱਚ ਬਹੁਤ ਵੱਡੀ ਥਾਂ ਸਰਦਾਰ ਪਰਮਪ੍ਰੀਤ ਸਿੰਘ 10 ਸਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਸੀ, ਡਿਪਟੀ ਐਡਵੋਕੇਟ ਜਨਰਲ। ਸਰਦਾਰ ਹਰਮੋਹਨ ਸਿੰਘ ਜੀ ਪਾਲ ਸਾਹਿਬ ਪੰਜਾਬ ਦੇ ਜਿਹੜੇ ਸਾਡੇ ਨਾਮਵਰ ਵਕੀਲ ਹੈ, ਉਹਨਾਂ ਦੇ ਵਿੱਚ ਹਮੇਸ਼ਾ ਇਹਨਾਂ ਦਾ ਨਾਮ ਆਉਂਦਾ। ਮੈਨੂੰ ਯਾਦ ਹੈ ਕਿ ਜਦੋਂ ਕਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਨਿੱਜੀ ਤੌਰ ਤੇ ਉੱਤੇ ਕਿਤੇ ਲੋੜ ਪਈ ਤੇ ਉਹਨਾਂ ਨੇ ਆਪਣਾ ਭਰੋਸਾ ਵੀ ਸਰਦਾਰ ਹਰਮੋਹਨ ਸਿੰਘ ਪਾਲ ਸਾਹਿਬ ਦੇ ਉੱਤੇ ਜਤਾਇਆ ਸੀ। ਕਿਉਂਕਿ ਜਦੋਂ ਡਾਕਟਰ ਚਾਹੀਦਾ ਹੋਵੇ ਤੇ ਵਕੀਲ ਚਾਹੀਦਾ ਹੋਵੇ ਤੇ ਉਸ ਵੇਲੇ ਹਰ ਇਨਸਾਨ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਨੂੰ ਵਧੀਆ ਤੋਂ ਵਧੀਆ ਡਾਕਟਰ ਮਿਲੇ ਤੇ ਵਧੀਆ ਤੋਂ ਵਧੀਆ ਵਕੀਲ। ਇਸ ਕਰਕੇ ਮੈਂ ਸਮਝਦਾ ਕਿ ਸਾਡੇ ਸ਼ਹਿਰ ਦੀ ਜਿਹੜੀ ਨਾਮਵਰ ਸ਼ਖਸੀਅਤ ਹੈ ਅੱਜ ਉਸ ਪਰਿਵਾਰ ਵਾਸਤੇ ਬਹੁਤ ਵੱਡਾ ਘਾਟਾ ਗਿਆ ਬੀਬੀ ਜੀ ਦੇ ਜਾਣ ਦਾ। ਪਰ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਹਾਂ, ਜਿੱਥੇ ਗੁਰਬਾਣੀ ਨੇ ਸਾਨੂੰ ਹਮੇਸ਼ਾ ਇਹ ਸਿੱਖਿਆ ਦਿੱਤੀ ਹੈ ਇਹ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਹੈ, ਔਰ ਨਾਲ ਸਾਨੂੰ ਪ੍ਰੇਰਨਾ ਵੀ ਦਿੱਤੀ ਹੈ ਕਿ ਜਦੋਂ ਇਹ ਹੁਕਮ ਆਵੇ ਉਹਦੇ ਹੁਕਮ ਵਿੱਚ ਰਹਿ ਕੇ ਆਪਾਂ ਸਾਰਿਆਂ ਨੇ ਹੁਕਮ ਨੂੰ ਸਵੀਕਾਰ। ਸੋ ਸਿੱਖ ਸਕਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆ ਆਪਣੇ ਭਾਣੇ ਤੇ ਚੱਲੇ ਭਾਈ ਵਿਚਰ ਜੁੜਾ। ਕਿਉਂਕਿ ਉਮਰ ਤੇ ਕਿੰਨੀ ਬਤੀਤ ਕਰ ਜਾਵੇ ਇਸ ਗੱਲ ਦੀ ਅਹਿਮੀਅਤ ਨਹੀਂ ਹੁੰਦੀ, ਲੇਕਿਨ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਕੇ ਗਏ ਆ ਉਹਦੀ ਬਹੁਤ ਵੱਡੀ ਅਹਿਮੀਅਤ ਹੈ। ਇਸ ਕਰਕੇ ਜਿਸ ਤਰ੍ਹਾਂ ਦੀਆਂ ਸ਼ਖਸੀਅਤਾਂ ਅੱਜ ਸਾਰੇ ਪੰਜਾਬ ਤੋਂ ਜੱਜ ਸਾਹਿਬਾਨ ਵੀ ਆਏ ਹੈ, ਜੁਡੀਸ਼ੀਅਲ ਅਫਸਰ ਵੀ ਆਏ ਹੈ, ਅਫਸਰ ਸਾਹਿਬਾਨ ਵੀ ਆਏ ਹੈ, ਸਾਰੀਆਂ ਪਾਰਟੀਆਂ ਦੇ ਰਾਜਨੀਤਿਕ ਆਗੂ ਵੀ ਆਏ ਹੈ, ਸਮਾਜ ਦੇ ਵਿੱਚ ਧਾਰਮਿਕ ਸਮਾਜਿਕ ਥਾਂ ਰੱਖਣ ਵਾਲੀਆਂ ਸਾਰੀਆਂ ਸ਼ਖਸੀਅਤਾਂ ਹਨ। ਔਰ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਵੀ ਅੱਜ ਦੀ ਇਸ
प्रोग्राम के शामिल है। सो मैं समझदा कि जिस तरह की शख्सियत अज इतने हाजिर हुई और जिस तरह की शख्सियत पहले दिन संस्कार तो लैके लगातार घर में आके गई उत्थे ही पता लगता है कि परिवार का समाज के कितना बड़ा स्थान। इसलिए मैं समझदा कि अपना जीवन सफल करके गए गुरु महाराज कृपा कर कि उन्होंने अपने चरणों के निवास बख्शण, सारे परिवार को भाड़ा बनने का बल बख्शण। इन्होंने शब्दों के नाल मैं पिछली आत्मा को श्रद्धा के फुल भेंट करता हुआ मैं कहना जाचक हाँ। वाहिगुरू जी का खालसा, वाहिगुरू। बाबा अवतार सिंह जी जिन्होंने हथात विच इस गुरुद्वारा साहब की देख रेख है और जिन्होंने हमेशा इस गुरुद्वारे के विचों संविधानी है उन्होंने गुरु के नाल बाणी के नाल जोड़ के समाज प्रति बहुत बड़ा योगदान पाया। हूँ मैं उन्होंने बेनती करांगा कि स्टेज पर आउन बीबा जी को शब्द के फुल भेंट कर सार अवतार सिंह ਅਤੇ ਸੰਤ ਬਾਬਾ ਖੁਸ਼ਹਾਲ ਸਿੰਘ ਜੀ ਵੱਲੋਂ ਸਾਰੀਆਂ ਸਿੱਖ ਸੰਗਤਾਂ ਨੂੰ ਨਿਮਰਤਾ ਸਹਿਤ ਬੜੇ ਸਤਿਕਾਰ ਦੇ ਨਾਲ ਬੜੇ ਅਦਬ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾ ਪਰਦਾ ਸੰਕਰ ਮਾਰੇ ਐਸੋ ਕਾਲ ਬੜਾਨੀ ਰੇ ਦੇ ਮਹਾਵਾਕੋ ਸਾਰ। ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਦੋਂ ਕਾਲ ਆ ਜਾਂਦਾ ਹੈ ਸਵਾਸ ਤੇ ਗਰਾਸ ਪੂਰੇ ਹੋ ਜਾਂਦੇ ਹਨ। ना फिर राजा देखा जाता है, ना प्रजा देखी जाती है, ना अमीर देखा जाता है, ना गरीब देखा जाता है। सो जदों भी सवासा की पूंजी मुक गई उदों काल फिर परमेश्वर का भेजे दूत इस प्राणी को ले जाते हैं। प्राणी की की है शरीर इत्थे रह जाता है ते आत्मा चली जाती है। इसे दे परथाए महाराज 10वें पातशाह जी ने 3 उदाहरण दित्तियां अपनी बाणी के 10वें ग्रंथ के विच। पहली उदाहरण उन्होंने दी है कि जो अग बढ़ती है उहदे जो अंगियार हैं आसमान में चढ़ते हैं फिर आके अपना समा बतीत करके जिन्नी होंगी है आके उस अग में ही समा जाते हैं। दूजी उदाहरण धूड़ की दी है, धूड़ चढ़ती है आसमान में फिर आके उस धूड़ में ही समा जाती है। तीजी उदाहरण पानी की दी है, पानी के विचों लहरां उठदियां हैं फिर पानी के विच ही समा जाती। जल ते उपर तरंग जियो जल ही विखे समाए। ते इस तरह जो प्राणी है 5 तत्तां का बनया हुआ है, 5 तत्त विच मिल जाते हैं ते आत्मा परमेश्वर के विच चले जाती है। जिथे के फिर अगे करनी कीर्त बाची है वह लेखा कर समझाया। जे आप उत्थे लेखे की गल करिए तो फिर कोई छुट नहीं सकता क्योंकि तिल तिल के लेखे के बंदा कोई ना कोई फसे जाता है। इस करके परमेश्वर अगे अरदास ही करनी बनती है, प्रभ जियो खसमाना कर प्यारे बुरे भले हम थारे ये अकाल पुरख आप जी ने पैदा किए हैं लेखे के असीं नहीं छुट सकते। कृपा करके साडे गुण अवगुण ना विचारने ते अपने चरणों निवास बख्शना यही प्राणी कह के छुट सकता है। सो इस संसार के विच जे गल करिए बड़े बड़े ऋषि मुनि पीर पैगंबर आए सारी परिवारों साथ चले गए जिन्हों ने जान करके संसार के विच कई बार ऐसे व्यक्ति आते हैं कि वह ऐसा काम करके चले जाते हैं तो उन्होंने याद हमेशा ही ताज़ा रहती है। गुरु नानक पातशाह के कार्यकाल के विच 5 पातशाह किसी ने तकरीबन बहुते 9 का पता नहीं होता किहड़े पातशाह होए पर गुरु नानक पातशाह जी का नाम अज सारे भारत के विच सब की जुबान से है। क्यों है कि संसार के विचारे ऐसे ही कार्य किए जिन्हों के नाल मनुष्यता का भला होया। आपा नहीं जिताया सगों बाणी के विच लिखिया कहो नानक हम नीच करमा नानक करके बोले निम्रता ही जिताई। इस करके संसार के विच आउणा धन सफल है। सो दास तो पहला चीमा साहब जी ने
वकील साहब जी ने बीबी जी के बारे, वकील साहब के परिवार बारे बड़ी विस्तार दे विच दस्सिया है। सो एक गल होर में जिथे गढ़ी साहब की गल की चर्चा हुई उत्थे इन्हां दी बिल्कुल क्यों गढ़ी साहब उदों नाल जुड़दा सी जो गढ़ी सी महाराज टाइम के पिछले लोगों के नाल घर सन, आबादी सी। सो वकील साहब का भी नाल घर सी। जो फिर बाबा हरबंस सिंह ने सेवा शुरू की, सो इन्होंने वकील साहब जी ने पैसे नहीं लेते, सगों जमीन की जगह से घर से वो सारा इन्होंने खरीद दिता। सो भी एक बहुत बड़ी गल है कि अपने घर में किसी गुरु घर में अर्पण करना बहुत बड़ी इन्हों की प्राप्ति है, इन्होंने कृपा की। सो अज परिवार बच्चा अपनी माता तो वांझा होया है, पोते ते पोतियां अपनी एक दादी तो वांझियां हुई हैं, तो वकील साहब अपनी एक सुपत्नी तो वांझे हुए हैं। भावें काफ़ी देर से वो ढिले मठी सन, पर परिवार के सियाने बंदे का बैठा ही होना परिवार लिए बहुत बड़ा आसरा ते सहयोग होता है। परिवार उस तो वांझा होया है, पर जिस स्थान पर जमे पड़े उस स्थान के गुरु साहब जी ने आज के बच्चे बदरबार बनाया है। दो साहिबजादे ते प्यारे सिंह अपनी अखा के नाल शहीद होंदे देखे ते पाना बनाया। उस तो बाद छोटे साहिबजादे शहीदी सुनी। ये सब तो संसार में भाण मनने वाला है माता गुजरी जी है, जिन्होंने के पिताजी का अपने पति परमेश्वर का प्यारे साहिबजादों का अखी शहीदी सुनी ते देखी। सो भाणा मनिया। सो गुरसिख का फर्ज पानी में ही रहना, भावें कितना बड़ा नुकसान हो जाए पानी में रह के आप परमेश्वर का शुकराना अदा कर सकते हैं। जे असीं रोस जतावांगे कोई होर गल कहांगे आपां की परमेश्वर का बुरा लगावांगे, कुछ नहीं बदलता। इस करके परमेश्वर की रजा में सृष्टि पाना ही साडा फर्ज बनता है, क्योंकि महाराज ने पहली पौड़ी में लिख दिता, हुक्म रजाई चलना नानक लिखिया नाल जम्मण मर किसे ते होए। ये परमेश्वर का हुक्म है। जम्मण के नाल आउण दे नाल खुशी प्रदान होती है ते जाण दे नाल दुख प्रदान होता है। इस दुख के सुख विच साडा संसार का जो बहन है वो तुरया जा रहा है, पता नहीं कदों तक तुरया जा रहा है, तो तुरता ही रहना है। इस धरती पर बहुत मार्कियां हुई, बड़े बड़े आए, धरती से उठी पई है, जो साढ़े सोने के गहने पाए हुए हैं, पता नहीं किन्निया के कन्ना के किन्निया के हत्थों के पे, तो सोना उस तरह चलता रहा। बंदे आते हैं चले जाते हैं, सोना तो धरती स्थिर है। इस करके इस संसार के आके चंगे कार्य करना मनुख का फर्ज बनता है। जो आप चंगे कार्य करते हैं फिर गुरु नानक पातशाह बांह फड़ता है, तो फिर पानी का फरमान है, धर्म राय ताकत फाड़े या नानक देखा समझा। बड़ी सौखी जल गुरु नानक पातशाह ने कही है, किरत करो नाम दुख दे वंड के छको। सो जब पाई दे आधार बना के फिर गुरु नानक पातशाह साड़ी बांह फड़ेगा। सो परिवार में बेनती है कि पानी में रहना, पानी में सारी जो गल हुई है। सो खुशी की गल भी है कि परिवार जो माता जी गए हैं, पोते पोतियां का दर्शन करके गए हैं। सब तो बड़ी लालसा ही होती है कि घर के पोते खड़ावा। सो रीझ में पूरी करके गए हैं। सो रज ना कोई जीविया साथ में चलिया कोई। सो रज के तो कोई जीविया संसार जी 50 साल जो कहना 60 हो 60 पहना 90 हो जाए, 90 कहेंगे 100 पूरी हो जाए, चंगी गल है। इस करके वाली महाराज लिखता रज ना कोई जीविया साथ में चलिया कोई। साथ भी कोई नहीं जाता कि मैं कुछ भी इनू राजी हो जाता, तू मर जा, कोई मनने को तैयार नहीं। इस करके जो होया परमेश्वर के हुक्म साथ होया। सो परिवार में बेनती के पानी में रह के आप पहला कुछ रखो, पानी में रह के आप अपने कार्य करने कीते हैं। सो मैं परिवार वालों तो सारे नहीं धन्यवादी हाँ। वकील साहब जी ने कल ही कह दिता सी कि आपने धन्यवाद करना है। सो तुसी इस दिन तो पुरानी संसार को जाता, उस दिन तो ही बहुत सारे समाजिक कार्य ऐसे होते हैं जो कि मित्र दोस्त रिश्तेदारों के नाल संबंध होकर ही सिरे चढ़ते हैं। तुसी उस दिन तो अज तक परिवार का बहुत बड़ा साथ दिता है। परिवार तो सारे का नहीं है, धन्यवादी है। अज भी आप बड़ी गिनती में चाहे हो तो परिवार नहीं है, धन्यवादी है। नाल ही परिवार को बेनती है कि आपने सारे गुरु का लंगर जरूर छक के जाना है। वो परला गेट खुला है, आपने उत्थे बैठना बड़े आराम से आपने उसी बाथरूम में जाने हैं, बड़े आराम से आप जी ने प्रसादा पानी छक के जाना। परिवार की बेनती है आप जी को। सो जितनी देर देर बढ़ती है
ਆਪਾਂ ਆਪ ਜੀ ਦਾ ਟਾਈਮ ਵੀ ਨਹੀਂ ਖਰਾਬ ਕਰਨਾ। ਸਭ ਤੋਂ ਵੱਡੀ ਗੱਲ ਹੈ, ਸਭ ਤੋਂ ਉੱਤਮ ਖਾਤੀ ਕਥਾ ਨਾਮ ਸੁਣਤ ਗੱਲ ਦੁੱਖ ਲੱਗਾ। ਜਿਤਨੀ ਦੇਰ ਪ੍ਰਸ਼ਾਦ ਵਰਤਾ ਆਪਾਂ ਮਾਤਾ ਜੀ ਦੇ ਪ੍ਰਥਾਏ, ਕਿਉਂਕਿ ਬਹੁਤਿਆਂ ਨੂੰ ਟਾਈਮ ਨਹੀਂ ਦੇ ਸਕੇ, ਕਿਉਂ ਟਾਈਮ ਬਹੁਤਾ ਹੋ ਗਿਆ। ਇਸ ਕਰਕੇ ਆਪਾਂ ਸਾਰਿਆਂ ਦੀ ਹਾਜ਼ਰੀ ਸਤਨਾਮ ਵਾਹਿਗੁਰੂ ਦੇ ਵਿੱਚ ਰਲ ਜਾਣੀ ਹੈ। ਤੇ ਨਾਲੇ ਆਪਣਾ ਜਿਹਦਾ ਖਾਤਾ ਵੀ ਦਰਗਾਹ ਵੀ ਖੁੱਲਿਆ, ਖਾਤਾ ਵੀ ਖੁੱਲ ਜਾਣਾ, ਸਾਰਾ 5-4 ਮਿੰਟ ਦੀ ਗੱਲ ਹੈ। ਕੋਈ ਦੱਸਣਾ ਐਸੀ ਨਾ ਰਹੇ ਜਿਹਦੇ ਮੂੰਹ ਵਿੱਚੋਂ ਸਤਨਾਮ ਵਾਹਿਗੁਰੂ ਦੀ ਆਵਾਜ਼ ਨਾ ਨਿਕਲੇ। ਸਾਡਾ ਵੀ ਭਲਾ ਹੀ ਹੈ, ਮਾਤਾ ਜੀ ਦਾ ਵੀ ਭਲਾ। ਸਤਨਾਮ